ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਕੈਪੀਟਲ ਹਿੰਸਾ ਤੋਂ ਬਾਅਦ 70 ਪੁਲਿਸ ਮੁਲਾਜ਼ਮਾਂ ਨੇ ਛੱਡੀ ਨੌਕਰੀ। ਅਮਰੀਕਾ 'ਚ ਹਰ ਰੋਜ਼ ਕੋਰੋਨਾ ਮਰੀਜ਼ਾਂ ਦੀ ਗਿਣਤੀ 30,000 ਤੋਂ ਘਟੀ। ਅਮਰੀਕੀ ਸੰਸਦ ਭਵਨ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਨੈਸ਼ਨਲ ਗਾਰਡ ਪਰਤਣਗੇ ਵਾਪਸ। ਮਾਡਰਨਾ ਵੱਲੋਂ ਪੰਜਾਬ ਨੂੰ ਟੀਕੇ ਦੇਣ ਤੋਂ ਇਨਕਾਰ। ब्रिटेन च प्रवासियों की गणना ਲਈ अमेरिका की तरह डिजिटल वीजा प्रणाली की होवेगी शुरुआत। पेश ने हुण खबरां विस्तार नाल। अमेरिका 6 जनवरी ਨੂੰ कैपिटल हिल हिंसा तो बाद पुलिस विभाग 'ਚ ਵੱਡੀ कार्रवाई की दहशत है ਅਤੇ ਹੁਣ तक 70 पुलिस मुलाजम नौकरी ਛੱਡ चुके ਨੇ। कैपिटल हिल पुलिस यूनियन के प्रधान गस पापाथाउनिसियो का कहना है कि अधिकारी निराश हैं ਅਤੇ ਉਹ इस निराशा की हालत ਨੂੰ दूर ਕਰਨ ਦਾ ਰਸਤਾ ਭਾਲ ਰਹੇ ਨੇ। ਉਹ ਜਾਂਚ ਦੇ ਲੰਬੇ ਸਮੇਂ 'ਚ ਤਣਾਅ ਲੈ ਕੇ ਨਹੀਂ ਜਿਉਣਾ ਚਾਹੁੰਦੇ। ਉਹਨਾਂ ਨੇ ਕਿਹਾ ਕਿ ਅਮਰੀਕੀ ਸੰਸਦ ਨੇ $1.2 ਬਿਲੀਅਨ ਦਾ ਬਜਟ ਪਾਸ ਕੀਤਾ ਹੈ। ਇਹ कैपिटल हिल पुलिस ਲਈ ਵਾਧੂ ਸਾਧਨ ਜਟਾਉਣ ਲਈ ਦਿੱਤਾ ਗਿਆ ਹੈ। ਇਹ ਬਜਟ ਹਿੰਸਾ ਦੇ ਵੱਧਦੇ ਰੁਝਾਨ ਨੂੰ ਰੋਕਣ 'ਚ ਕਾਰਗਰ ਨਹੀਂ ਹੋ ਸਕਦਾ। हाल ही कुछ घटनावां जिस नूं साबित करन लई टुकवियां हन। अप्रैल 'ਚ एक व्यक्ति कैपिटल हिल खेतर 'ਚ बड़िया ते उसने 2 पुलिस मुलाजमां नूं गोली मार दित्ती सी। एक घटना 'ਚ इसे खेतर 'ਚ एक व्यक्ति कार 'चों निकलिया सी ਅਤੇ उसने चाकू मार के पुलिस मुलाजमां नूं ਜ਼ਖਮੀ कर दित्ता सी। बाद विच एक पुलिस मुलाजम दी मौत हो गई सी। अजिही हिंसा 6 जनवरी नूं होई सी। अमेरिका 'ਚ 11 ਮਹੀਨਿਆਂ ਬਾਅਦ हर रोज आने वाले मरीजों की गिणती 30,000 तो घट गई है। अमेरिका 'ਚ कोरोना प्रभावित मरीजों की गिणती इस हफ्ते औसतन 27,815 है, जो जून महीने तो बाद सब तो घट है। इस दे नाल ही वैक्सीन का काम भी तेज कर दिता गया है। सेंटर फॉर डिजीज कंट्रोल एंड प्रिवेंशन मुताबिक हुण तक 60% तो ज्यादा आबादी नूं घट तो घट एक टीका लगा दिता गया है। राष्ट्रपति जो बाइडन का टीचा 4 जुलाई तक 70% बालग आबादी नूं टीका लगाउण दा है। अमेरिकी संसद ते 6 जनवरी ਨੂੰ ਹੋਏ ਹਮਲੇ ਦੇ ਬਾਅਦ ਉੱਥੇ ਤਾਇਨਾਤ ਕੀਤੇ ਗਏ ਨੈਸ਼ਨਲ ਗਾਰਡ ਹੁਣ ਕਰੀਬ 5 ਮਹੀਨੇ ਬਾਅਦ ਕੈਪੀਟਲ ਪੁਲਿਸ ਨੂੰ ਸੁਰੱਖਿਆ ਦੀ ਜ਼ਿੰਮੇਵਾਰੀ ਵਾਪਸ ਸੌਂਪ ਕੇ ਪਰਤਣ ਲਈ ਤਿਆਰ ਨੇ। योजना नाल जुड़े एक व्यक्ति ने AP ਨੂੰ ਦੱਸਿਆ कि नैशनल गार्ड ਦਾ मिशन ਐਤਵਾਰ ਨੂੰ खत्म हो रहा है ਅਤੇ ਉਹ सोमवार ਨੂੰ ਪਰਤ ਸਕਦੇ ਨੇ। ਪੈਂਟਾਗਨ ਨੇ ਪਿਛਲੇ ਹਫਤੇ ਘੋਸ਼ਣਾ ਕੀਤੀ ਸੀ ਕਿ 2149 ਨੈਸ਼ਨਲ ਗਾਰਡ ਦੀ ਤੈਨਾਤੀ ਦੀ ਮਿਆਦ ਵਧਾਉਣ ਦੀ ਅਪੀਲ ਨਹੀਂ ਕੀਤੀ ਗਈ। ਡੈਮੋਕ੍ਰੇਟ ਅਤੇ ਰਿਪਬਲਿਕਨ ਮੈਂਬਰਾਂ ਦੇ ਵਿਚਕਾਰ ਕੈਪੀਟਲ ਦੀ ਕਿਲੇਬੰਦੀ ਦੇ ਖਰਚ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਦੀ ਜਾਂਚ ਲਈ ਬਿਪਾਰਟੀਸ਼ਨ ਕਮਿਸ਼ਨ ਦੇ ਗਠਨ ਨੂੰ ਲੈ ਕੇ ਹੋਈ ਬਹਿਸ ਦੇ ਬਾਅਦ ਜਵਾਨਾਂ ਦੀ ਵਾਪਸੀ हो रही है। भावे जवाना की वापसी पहला तो तय सी। गौरतलब है कि साबका राष्ट्रपति डोनाल्ड ट्रंप ने राष्ट्रपति चोणां विच हार स्वीकार नहीं की सी ਅਤੇ ਉਹ 3 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਧੋਖਾਧੜੀ ਦੇ ਦਾਅਵੇ ਕਰ ਰਹੇ ਸਨ। ਟਰੰਪ ਦੇ ਇਹਨਾਂ ਦਾਅਵਿਆਂ ਵਿਚਕਾਰ ਕੈਪੀਟਲ ਬਿਲਡਿੰਗ ਵਿੱਚ ਉਹਨਾਂ ਦੇ ਸਮਰਥਕਾਂ ਨੇ 6 ਜਨਵਰੀ ਨੂੰ ਹਮਲਾ ਕਰ ਦਿੱਤਾ ਸੀ ਅਤੇ ਹਿੰਸਾ ਕੀਤੀ ਸੀ। ਇਸ ਤੋਂ ਬਾਅਦ ਹੀ ਸੰਸਦ ਭਵਨ ਦੀ ਸੁਰੱਖਿਆ ਲਈ ਨੈਸ਼ਨਲ ਗਾਰਡ ਦੀ ਤਾਇਨਾਤੀ ਕੀਤੀ ਗਈ ਸੀ। ਸਦਨ ਵਿੱਚ ਵੀਰਵਾਰ ਨੂੰ ਕੈਪੀਟਲ ਦੀ ਸੁਰੱਖਿਆ ਲਈ $1.9 ਅਰਬ ਦੇ ਉਪਮਾਵਾਂ ਦੀ ਆਗਿਆ ਦਿੱਤੀ ਗਈ ਸੀ। ਇਸ ਦੇ ਅਗਲੇ ਦਿਨ ਹੀ ਸਦਨ ਨੇ ਜਾਂਚ ਕਮਿਸ਼ਨ ਦੇ ਗਠਨ ਦੀ ਮਨਜ਼ੂਰੀ ਦਿੱਤੀ ਸੀ। 35 ਰਿਪਬਲਿਕਨ ਮੈਂਬਰਾਂ ਨੇ ਵੀ ਇਸ ਦੇ ਪੱਖ ਵਿੱਚ ਵੋਟਿੰਗ ਕੀਤੀ ਸੀ। अमेरिकी कंपनी मॉडर्ना ने पंजाब सरकार ਨੂੰ ਸਿੱਧੇ ਟੀਕੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਹਨਾਂ ਦੀ ਨੀਤੀ ਅਨੁਸਾਰ ਉਹ ਸਿਰਫ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਨੇ, ਨਾ ਕਿ ਕਿਸੇ ਸੂਬਾ ਸਰਕਾਰ ਜਾਂ ਨਿੱਜੀ ਧਿਰ ਨਾਲ। ਟੀਕਾਕਰਨ ਲਈ ਪੰਜਾਬ ਦੇ ਸਟੇਟ ਨੋਡਲ ਅਧਿਕਾਰੀ ਤੇ ਸੀਨੀਅਰ IAS ਅਧਿਕਾਰੀ ਵਿਕਾਸ ਗਰਗ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਜਲਦ ਟੀਕਾਕਰਨ ਯਕੀਨੀ ਬਣਾਉਣ ਲਈ ਸਾਰੇ ਸੰਭਾਵਿਤ ਸਰੋਤਾਂ ਤੋਂ ਟੀਕਿਆਂ ਦੀ ਖਰੀਦ ਲਈ ਵਿਸ਼ਵ ਵਿਆਪੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਸੰਬੰਧੀ ਨਿਰਦੇਸ਼ ਤੇ ਅਮਲ ਕਰਦਿਆਂ ਸਾਰੇ ਟੀਕੇ ਨਿਰਮਾਤਾਵਾਂ ਨੂੰ ਵੱਖ-ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਪਹੁੰਚ ਕੀਤੀ ਗਈ ਸੀ। ਇਹ ਪਹੁੰਚ ਸਪੁਤਨਿਕ V, फाइजर, मॉडर्ना ते जॉनसन एंड जॉनसन नाल कीती गई। पर अजे तक सिर्फ मॉडर्ना वालों ही जवाब आया है। गर्ग ने कहा कि मॉडर्ना तो आए जवाब च कंपनी ने सूबा सरकार नाल समझौता करन तो इनकार कर दिता। कंपनी ने कहा कि वो सिर्फ भारत सरकार नाल ही समझौता कर सकते ने। जिक्रयोग है कि सूबा सरकार पिछले 3 दिनों च पहले ते दूजे पड़ाव लई टीकाकरण बंद करन लई मजबूर सी। भारत सरकार वालों हुण तक टीकियां दीयां 44 लाख तो घट खुराकां मिलियां ने। गर्ग ने दस्सिया कि भारत सरकार ਵੱਲੋਂ ਤੀਜੇ ਪੜਾਅ ਲਈ
ਕੀਤੀ ਵੰਡ ਅਨੁਸਾਰ ਸੂਬਾ ਸਰਕਾਰ ਸਿਰਫ 4.2 ਲੱਖ ਦੀ ਖੁਰਾਕ ਖਰੀਦ ਕਰਨ ਦੇ ਯੋਗ ਹੋਈ ਹੈ, ਜਿਸ ਵਿੱਚ ਕੱਲ ਪ੍ਰਾਪਤ ਕੀਤੀਆਂ ਗਈਆਂ 66,000 ਖੁਰਾਕਾਂ ਵੀ ਸ਼ਾਮਲ ਨੇ। ਉਹਨਾਂ ਅੱਗੇ ਦੱਸਿਆ ਕਿ ਕੁੱਲ 3.65 ਲੱਖ ਟੀਕਿਆਂ ਦੀ ਵਰਤੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਸਿਰਫ 64,000 ਹੀ ਵਰਤੋਂ ਲਈ ਬਚੇ ਹਨ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਅਮਰੀਕਾ ਦੀ ਤਰ੍ਹਾਂ ਦੇਸ਼ 'ਚ ਡਿਜੀਟਲ ਵੀਜ਼ਾ ਪ੍ਰਣਾਲੀ ਦਾ ਉਦਘਾਟਨ ਕਰੇਗੀ, ਜਿਸ ਨਾਲ ਦੇਸ਼ ਦੀਆਂ ਸਰਹੱਦਾਂ 'ਚ ਆਉਣ ਵਾਲੇ ਅਤੇ ਇੱਥੋਂ ਜਾਣ ਵਾਲੇ ਪ੍ਰਵਾਸੀਆਂ ਦੀ ਸਹੀ ਗਿਣਤੀ ਹੋ ਸਕੇਗੀ। ਬ੍ਰਿਟਿਸ਼ ਮੀਡੀਆ ਨੇ ਐਤਵਾਰ ਨੂੰ ਇੱਕ ਖਬਰ ਦਿੱਤੀ। ਭਾਰਤੀ ਮੂਲ ਦੀ ਸੀਨੀਅਰ ਕੈਬਨਿਟ ਮੰਤਰੀ ਬ੍ਰਿਟਿਸ਼ ਇਮੀਗ੍ਰੇਸ਼ਨ ਨੀਤੀ 'ਚ ਸੋਮਵਾਰ ਨੂੰ ਵਪਾਰਕ ਬਦਲਾਅ ਕਰਨ ਵਾਲੀ ਹੈ, ਜਿਸ ਨਾਲ ਦੇਸ਼ 'ਚ ਆਉਣ ਵਾਲਿਆਂ ਲਈ ਸੁਚਾਰੂ ਵਿਵਸਥਾ ਬਣ ਸਕੇ। ਬ੍ਰੈਗਜ਼ਿਟ ਤੋਂ ਬਾਅਦ ਹੋਣ ਵਾਲੇ ਬਦਲਾਵਾਂ 'ਚ ਸਰਹੱਦ ਦਾ ਡਿਜੀਟਲ ਤਰੀਕੇ ਨਾਲ ਪ੍ਰਬੰਧ ਵੀ ਸ਼ਾਮਲ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਕਾਰੋਬਾਰ ਦੀ ਆਵਾਜਾਈ ਆਸਾਨ ਹੋਵੇਗੀ ਅਤੇ ਪਹਿਲੀ ਵਾਰ ਬ੍ਰਿਟੇਨ ਆਉਣ ਵਾਲੇ ਅਤੇ ਇੱਥੋਂ ਜਾਣ ਵਾਲਿਆਂ ਦੀ ਸਹੀ ਗਿਣਤੀ ਹੋਵੇਗੀ। ਅਬਜ਼ਰਵਰ ਨੇ ਪਟੇਲ ਦੇ ਹਵਾਲੇ ਨਾਲ ਲਿਖਿਆ ਕਿ ਸਾਡੀ ਪੂਰੀ ਡਿਜੀਟਲ ਸਰਹੱਦ ਦੇਸ਼ 'ਚ ਆਉਣ ਅਤੇ ਜਾਣ ਵਾਲਿਆਂ ਦੀ ਗਿਣਤੀ ਕਰਨ ਦੀ ਸਮਰੱਥ ਹੋਵੇਗੀ। ਬ੍ਰਿਟੇਨ ਕੌਣ ਆ ਰਿਹਾ ਹੈ, ਇਸ ਤੇ ਕੰਟਰੋਲ ਹੋਵੇਗਾ। ਬ੍ਰਿਟੇਨ ਦੇ ਗ੍ਰਹਿ ਮੰਤਰਾਲਾ ਨੂੰ ਉਮੀਦ ਹੈ ਕਿ ਸਾਲ 2025 ਤੱਕ ਬ੍ਰਿਟੇਨ 'ਚ ਦਾਖਲਾ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਹੋਵੇਗਾ। 1995 ਚ ਜਿਸ ਸਮੇਂ ਰਾਜਕੁਮਾਰੀ ਡਾਇਨਾ ਦਾ ਇੰਟਰਵਿਊ ਲਿਆ ਗਿਆ ਸੀ, ਉਸ ਸਮੇਂ BBC ਨਿਊਜ਼ ਤੇ ਕਰੰਟ ਅਫੇਅਰਸ ਦੇ ਨਿਰਦੇਸ਼ਕ ਰਹੇ ਟੋਨੀ ਹਾਲ ਨੇ ਬਰਤਾਨੀਆ ਦੇ ਨੈਸ਼ਨਲ ਗੈਲਰੀ ਦੇ ਬੋਰਡ ਚੇਅਰਮੈਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। BBC ਦੇ ਉੱਚ ਅਹੁਦੇ ਤੱਕ ਪਹੁੰਚੇ ਟੋਨੀ ਹਾਲ ਦੀ ਇਸ ਹਫ਼ਤੇ ਇੱਕ ਰਿਪੋਰਟ 'ਚ ਆਲੋਚਨਾ ਕੀਤੀ ਗਈ ਸੀ। ਇਹ ਆਲੋਚਨਾ ਕਿ ਪੱਤਰਕਾਰ ਮਾਰਟਿਨ ਬਸ਼ੀਰ ਨੇ ਕਿਸ ਤਰ੍ਹਾਂ ਤਹਿਲਕਾ ਮਚਾ ਦੇਣ ਵਾਲਾ ਇੰਟਰਵਿਊ ਲਿਆ ਸੀ, ਉਸ ਦੀ ਜਾਂਚ ਵਿੱਚ ਢਲਵਾਈ ਵਰਤਣ ਲਈ ਕੀਤੀ ਗਈ ਸੀ। ਇੱਕ ਬਿਆਨ 'ਚ 70 ਸਾਲਾ ਟੋਨੀ ਨੇ ਕਿਹਾ ਕਿ ਗੈਲਰੀ 'ਚ ਉਹਨਾਂ ਦੀ ਮੌਜੂਦਗੀ ਜਾਰੀ ਰਹਿਣਾ ਇੱਕ ਸੰਸਥਾ ਲਈ ਮਜ਼ਾਕ ਹੋਵੇਗਾ, ਜਿਸ ਦੀ ਉਹਨਾਂ ਨੂੰ ਪਰਵਾਹ ਹੈ। ਰਿਟਾਇਰਡ ਜੱਜ ਜਾਨ ਡਾਇਸਨ ਦੀ 126 ਪੰਨਿਆਂ ਦੀ ਰਿਪੋਰਟ ਪ੍ਰਕਾਸ਼ਿਤ ਹੋਈ। ਇਸ 'ਚ ਪਾਇਆ ਗਿਆ ਕਿ BBC ਦੀ ਅੰਦਰੂਨੀ ਜਾਂਚ ਵਿੱਚ ਬਸ਼ੀਰ ਦੇ ਵਿਵਹਾਰ ਨੂੰ ਲੁਕਾਇਆ ਗਿਆ ਸੀ। ਨੈਸ਼ਨਲ ਗੈਲਰੀ ਬੋਰਡ ਆਫ ਟਰਸਟੀ ਦੇ ਮੁਖੀ ਜਾਨ ਕਿੰਗਮੈਨ ਹੁਣ ਟੋਨੀ ਹਾਲ ਦੀ ਜਗ੍ਹਾ ਲੈਣਗੇ। ਡਾਇਨਾ ਦੇ ਪੁੱਤਰਾਂ ਰਾਜਕੁਮਾਰ ਵਿਲੀਅਮਸ ਤੇ ਰਾਜਕੁਮਾਰ ਹੈਰੀ ਨੇ ਰਿਪੋਰਟ ਦੇ ਪ੍ਰਕਾਸ਼ਨ ਤੋਂ ਬਾਅਦ BBC ਦੀ ਆਲੋਚਨਾ ਕਰਦੇ ਹੋਏ ਕਿਹਾ ਕਿ 1995 ਦੀ ਇੰਟਰਵਿਊ ਤੇ 2 ਸਾਲ ਬਾਅਦ ਇੱਕ ਸੜਕ ਦੁਰਘਟਨਾ 'ਚ ਉਹਨਾਂ ਦੀ ਮਾਂ ਦੀ ਮੌਤ ਨਾਲ ਸਿੱਧਾ ਸੰਬੰਧ ਸੀ, ਕਿਉਂਕਿ ਉਸ ਸਮੇਂ ਪਾਪਾਰਾਜ਼ੀ ਦੁਆਰਾ ਉਹਨਾਂ ਦਾ ਤੇ ਉਸਦੇ ਇੱਕ ਸਾਥੀ ਦਾ ਪਿੱਛਾ ਕੀਤਾ ਜਾ ਰਿਹਾ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਮੰਗਲਵਾਰ ਨੂੰ ਵਾਈਟ ਹਾਊਸ ਵਿਖੇ ਇੱਕ ਗੋਰੇ ਮੂਲ ਦੇ ਮਿਨੀਆਪੋਲਿਸ ਪੁਲਿਸ ਅਧਿਕਾਰੀ ਦੇ ਹੱਥੋਂ ਆਪਣੀ ਜਾਨ ਗਵਾਉਣ ਵਾਲੇ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਮੌਤ ਦੀ ਪਹਿਲੀ ਵਰ੍ਹੇਗੰਢ ਮੌਕੇ ਉਸਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਾਸਾਕੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਫਲੋਇਡ ਦੀ ਮੌਤ ਦੀ ਵਰ੍ਹੇਗੰਢ ਮਨਾਉਣਗੇ, ਪਰ ਇਸ ਸੰਬੰਧੀ ਹੋਰ ਯੋਜਨਾਵਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮਿਨੀਆਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਚੌਵਨ ਦੁਆਰਾ 9 ਮਿੰਟ ਤੋਂ ਵੱਧ ਸਮੇਂ ਲਈ ਫਲੋਇਡ ਦੀ ਗਰਦਨ ਤੇ ਗੋਡਾ ਰੱਖਣ ਤੋਂ ਬਾਅਦ 25 ਮਈ 2020 ਨੂੰ ਉਸਦੀ ਮੌਤ ਹੋ ਗਈ ਸੀ। ਬਾਈਡਨ ਦੁਆਰਾ ਫਲੋਇਡ ਦੇ ਪਰਿਵਾਰ ਦਾ ਸਵਾਗਤ ਕੀਤਾ ਜਾਵੇਗਾ। ਹਾਲਾਂਕਿ ਫਲੋਇਡ ਦੇ ਨਾਮ ਤੇ ਬਣੇ ਪੁਲਿਸ ਸੁਧਾਰ ਬਿੱਲ ਜਾਰਜ ਫਲੋਇਡ ਜਸਟਿਸ ਇਨ ਪੋਲਿਸਿੰਗ ਐਕਟ ਤੇ ਵਿਚਾਰ ਵਟਾਂਦਰਾ ਕੈਪੀਟਲ ਹਿੱਲ 'ਚ ਰੁਕ ਗਿਆ ਹੈ। ਬਾਈਡਨ ਨੇ ਇਸ ਤੋਂ ਪਹਿਲਾਂ ਫਲੋਇਡ ਦੀ ਮੌਤ ਤੇ ਵਰ੍ਹੇਗੰਢ ਨੂੰ ਬਿੱਲ ਦੇ ਪਾਸ ਹੋਣ ਦੀ ਅੰਤਿਮ ਤਾਰੀਖ ਵਜੋਂ ਤੈਅ ਕੀਤਾ ਸੀ। ਅਮਰੀਕਾ ਦੇ ਓਹਾਇਓ ਸੂਬੇ ਦੇ ਯੰਗਸਟਾਊਨ 'ਚ ਇੱਕ ਬਾਰ ਦੇ ਬਾਹਰ ਐਤਵਾਰ ਨੂੰ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਸ ਦੇ ਬਾਰੇ 'ਚ ਦੱਸਿਆ। ਯੰਗਸਟਾਊਨ ਪੁਲਿਸ ਵਿਭਾਗ ਦੇ ਮੁਖੀ ਕਾਰਲ ਡੈਵਿਸ ਨੇ ਦੱਸਿਆ ਕਿ ਟਾਰਚ ਕਲੱਬ ਬਾਰ ਐਂਡ ਗ੍ਰਿਲ ਵਾਲੇ ਖੇਤਰ 'ਚ ਘਟਨਾ ਤੋਂ ਬਾਅਦ ਐਤਵਾਰ ਦੁਪਹਿਰ ਕਰੀਬ 2 ਵਜੇ ਪੁਲਿਸ ਅਧਿਕਾਰੀ ਪਹੁੰਚੇ। ਡੈਵਿਸ ਨੇ ਦੱਸਿਆ ਕਿ ਘਟਨਾ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇੱਕ ਦੀ ਹਾਲਤ ਗੰਭੀਰ ਹੈ। ਡੈਵਿਸ ਨੇ ਕਿਹਾ ਕਿ ਬਾਰ ਦੇ ਅੰਦਰ ਗੋਲੀਬਾਰੀ ਨਹੀਂ ਹੋਈ, ਪਰ ਉਹਨਾਂ ਨੂੰ ਲੱਗਦਾ ਹੈ ਕਿ ਘਟਨਾ ਦੀ ਸ਼ੁਰੂਆਤ ਉੱਥੋਂ ਹੀ ਹੋਈ ਸੀ। ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਜ਼ਖਮੀਆਂ ਦਾ ਇਲਾਜ ਕਰਵਾਇਆ ਅਤੇ ਵੱਡੀ ਗਿਣਤੀ 'ਚ ਉੱਥੇ ਲੋਕਾਂ ਦੇ ਜਮ੍ਹਾਂ ਹੋਣ ਕਾਰਨ ਦੂਜੇ ਅਧਿਕਾਰੀਆਂ ਨੂੰ ਵੀ ਬੁਲਾ ਲਿਆ ਗਿਆ। ਪੁਲਿਸ ਬਾਹਰ ਨੇੜੇ ਗੋਲੀਬਾਰੀ ਦੀ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਨ 'ਚ ਜੁਟੀ ਹੈ। ਇਹ ਨਹੀਂ ਪਤਾ ਚੱਲਿਆ ਹੈ ਕਿ ਕਿਸ ਕਾਰਨ ਇਹ ਘਟਨਾ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ, ਪਰ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸਾਊਥ ਨਿਊ ਜਰਸੀ 'ਚ ਇੱਕ ਘਰ 'ਚ ਪਾਰਟੀ ਦੌਰਾਨ ਗੋਲੀਬਾਰੀ 'ਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਨਿਊ ਜਰਸੀ ਰਾਜ ਪੁਲਿਸ ਨੇ ਦੱਸਿਆ ਕਿ 30 ਸਾਲਾਂ ਦਾ ਇੱਕ ਪੁਰਸ਼ ਅਤੇ 25 ਸਾਲਾ ਇੱਕ ਮਹਿਲਾ ਦੀ ਗੋਲੀਬਾਰੀ 'ਚ ਮੌਤ ਹੋ ਗਈ। ਉੱਥੇ ਜ਼ਖਮੀ ਹੋਏ 12 ਹੋਰ ਲੋਕਾਂ ਨੂੰ ਸਥਾਨਕ ਹਸਪਤਾਲ 'ਚ ਲਿਜਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੇਅਰਫੀਲਡ ਟਾਊਨਸ਼ਿਪ ਦੇ ਇੱਕ ਘਰ 'ਚ ਪਾਰਟੀ ਦੌਰਾਨ ਸ਼ਨੀਵਾਰ ਦੇਰ ਰਾਤ ਗੋਲੀਬਾਰੀ ਦੀ ਖਬਰ ਪੁਲਿਸ ਨੂੰ ਮਿਲੀ ਸੀ। ਖਬਰ ਮੁਤਾਬਕ ਇਸ ਪਾਰਟੀ 'ਚ
सैकड़े लोग मौजूद सन। कैमरा फुटेज घर ਦੇ ਬਾਹਰ ਵਾਲੀ ਮੈਦਾਨ 'ਚ ਮਲਬਾ ਫੈਲਿਆ ਹੋਇਆ ਦਿਖ ਰਿਹਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਓਹਾਈਓ ਸੂਬੇ ਦੇ ਯੰਗਸਟਾਊਨ 'ਚ ਇੱਕ ਬਾਰ ਦੇ ਬਾਹਰ ਐਤਵਾਰ ਨੂੰ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। संयुक्त राष्ट्र के ਸਕੱਤਰ जनरल अंतोनियो गुटरेस ने कहा कि भारत दक्षिणी अफ्रीका ते होर खेतरां विच झुल्ली कोविड की नवी हनेरी दौरान असीं लोकां नूं साडीआं अखां सामने साहां लई तड़फदे देखिया है। गुटरेस ने चेतावनी दी कि महामारी हाले भी साडे आले दुआले है, वध रही है ते रूप वटा रही है। शुक्रवार आलमी सेहत शिखर सम्मेलन विच ਸਕੱਤਰ जनरल ने कहा कि मैं महामारी दे शुरू तो ही चेतावनी दिंदा आ रहा हां कि जद तक सारे सुरक्षित नहीं होणगे कोई भी सुरक्षित नहीं होवेगा। वैक्सीन टेस्ट दवाइयां ते सप्लाई तक पहुंच सारियां दी इक्को जही नहीं रही। ऑक्सीजन की कमी ने गरीब मुल्कां नूं वायरस दे रहम ते छड्ड दित्ता। गुटरेस ने जोर दे के कहा कि पूरी दुनिया विच टीकाकरण ही महामारी ते लगाम कस्सण दा इक्को एक तरीका है। अंतोनियो गुटरेस ने कहा कि दुनिया विच हुण तक तैयार हुए 82% वैक्सीन अमीर मुल्कां ने खरीदे हैं ते सिर्फ 0.3% ही गरीब मुल्कां तक पहुंचे हैं। गुटरेस ने मुड़ सदा दिता कि G20 मुल्क एक टास्क फोर्स बनाउण जिथे सारे जाने मिलके वैक्सीन उत्पादन समर्था बढ़ाउण लई काम करन। उन्होंने कहा कि विश्व सेहत संगठन आलमी वित्तीय संस्थावां फार्मा कंपनियां ते होर हितधारकां नाल नजिठण दे समर्थ हन। ਆਸਟ੍ਰੇਲੀਆਈ ਬਾਰਡਰ ਫੋਰਸ ਤੇ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਲਾਗੂ ਕੀਤੀ ਗਈ ਯਾਤਰਾ ਵਿੱਚ ਛੋਟ ਨੂੰ ਲੈ ਕੇ ਨਸਲਵਾਦ ਦਾ ਦੋਸ਼ ਲਗਾਇਆ ਗਿਆ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਸ਼ਨੀਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ABF ਵੱਲੋਂ ਅਗਸਤ 2020 ਤੋਂ ਮਾਰਚ 2021 ਦਰਮਿਆਨ ਲੋਕਾਂ ਨੂੰ ਅਮਰੀਕਾ ਅਤੇ ਬ੍ਰਿਟੇਨ ਤੋਂ ਆਸਟ੍ਰੇਲੀਆ ਆਉਣ ਦੀ ਆਗਿਆ ਦੇਣ ਦੀ ਵਧੇਰੇ ਸੰਭਾਵਨਾ ਸੀ। ਮਹਾਮਾਰੀ ਦੌਰਾਨ ਆਸਟ੍ਰੇਲੀਆ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਕੋਈ ਵੀ ਵਿਅਕਤੀ ਜਿਹੜਾ ਆਸਟ੍ਰੇਲੀਆ ਦਾ ਵਸਨੀਕ ਨਹੀਂ ਹੈ ਉਸਨੂੰ ਅਜਿਹਾ ਕਰਨ ਲਈ ABF ਛੋਟ ਲਈ ਅਰਜ਼ੀ ਦੇਣੀ ਪਈ। UK ਤੋਂ 23% ਤੋਂ ਬਾਅਦ ਅਤੇ ਅਮਰੀਕਾ ਦੇ 5ਵੇਂ ਲੋਕਾਂ ਨੂੰ ਉਹਨਾਂ ਦੇਸ਼ਾਂ ਵਿੱਚ महामारी के बावजूद आस्ट्रेलिया जाने की छूट दी गई सी। इस दे मुकाबले चीन तो सिर्फ 14.9% ते भारत तो 7.2% बिनेकारां नूं मंजूरी दी गई सी। ब्रिटेन विच इलाज करवाउण गए पाकिस्तान के साबका प्रधानमंत्री नवाज शरीफ ते हमले की कोशिश की गई। इस हमले विच नवाज बाल-बाल बच गए। PMLN ਦੇ ਪ੍ਰਧਾਨ ਸਹਿਬਾਜ਼ ਸ਼ਰੀਫ ਨੇ ਇਸ ਹਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਣਜਾਣ ਨਕਾਬਪੋਸ਼ ਲੋਕਾਂ ਨੇ ਲੰਡਨ ਵਿੱਚ ਨਵਾਜ਼ ਸ਼ਰੀਫ ਦੇ ਬੇਟੇ ਦੇ ਦਫ਼ਤਰ ਤੇ ਹਮਲਾ ਕੀਤਾ ਅਤੇ ਭੰਨਤੋੜ ਕੀਤੀ। ਸ਼ਹਿਬਾਜ਼ ਸ਼ਰੀਫ ਮੁਤਾਬਕ 4 ਨਕਾਬਪੋਸ਼ ਲੋਕਾਂ ਨੇ ਸਾਬਕਾ PM ਤੇ ਹਮਲਾ ਕਰਨ ਦੇ ਇਰਾਦੇ ਨਾਲ ਹਸਨ ਨਵਾਜ਼ ਦੇ ਦਫ਼ਤਰ ਤੇ हमला किया। सारे हमलावर मास्क पहने हुए सन। उन्होंने कहा कि इंज बहुत निंदायोग शर्मनाक ते चिंताजनक गल है कि गुंडे लंडन विच हसन नवाज के दफ्तर विच हमला करने के इरादे नाल दाखिल होए। श्रोमणी अकाली दल के प्रधान ते राज सभा मैंबर सुखदेव सिंह ढींडसा ने पंजाब बचाउण लई भाजपा अकाली दल अते कांग्रेस नूं छड्ड के बाकी सियासी धिरां नूं एकजुट होण दा सੱਦਾ दिता। उन्होंने कहा कि पंजाब दे भले लई काम करन वालियां पार्टियां दा सांझा फ्रंट बनाउणा समय दी मुख लोड़ है। ढींडसा ने गुरु ग्रंथ साहिब दी बेअदबी मामले च पंजाब सरकार वल्लों बनाई गई सिट नूं रद्द करदिआं कहा कि जेकर सरकार दी नीयत साफ हुंदी तां बेअदबी अते गोली कांड दे दोषी अज सलाखां पिछे हुंदे। उन्होंने दस्सिआ कि श्रोमणी अकाली दल वल्लों 1 जून नूं बुरज जवाहर सिंह वाला दे गुरुद्वारे विच बेअदबी अते गोली कांड दे कसूरवारां खिलाफ कार्रवाई लई अरदास कीती जावेगी। उन्होंने कहा कि श्रोमणी कमेटी वल्लों कोविड केयर सेंटर स्थापित करना शलाघायोग उपराला है। कमेटी प्रधान ਅਤੇ ਮੈਂਬਰਾਂ ਨੂੰ ਸੈਂਟਰਾਂ ਦੀ ਸ਼ੁਰੂਆਤ ਕਰਨ ਦਾ ਪੂਰਾ ਅਧਿਕਾਰ ਹੈ, ਪਰ ਸੁਖਵੀਰ ਸਿੰਘ ਬਾਦਲ ਇਹਨਾਂ ਕਾਰਜਾਂ ਦੇ ਸਹਾਰੇ ਨਾਲ ਰਾਜਨੀਤੀ ਕਰ ਰਹੇ ਨੇ। ਢੀਂਡਸਾ ਨੇ ਕਿਹਾ ਕਿ ਕੋਰੋਨਾ ਦੌਰਾਨ ਰੋਜ਼ਾਨਾ ਹਜ਼ਾਰਾਂ ਮੌਤਾਂ ਹੋ ਰਹੀਆਂ ਨੇ। ਡਾਕਟਰ, ਨਰਸਾਂ, ਦਰਜਾ 4 ਕਰਮਚਾਰੀ, ਅਧਿਆਪਕ, ਸਫਾਈ ਮਜ਼ਦੂਰ ਆਦਿ ਅੱਗੇ ਹੋ ਕੇ ਕੰਮ ਕਰ ਰਹੇ ਨੇ, ਪਰ ਸਰਕਾਰ ਵੱਲੋਂ ਉਹਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਤੁਰੰਤ ਮੰਨਣੀਆਂ ਚਾਹੀਦੀਆਂ ਹਨ। विज्ञान के खेत्र में अपनियां खोजां द्वारा अपना नाम अमर कर चुके विज्ञानी के हत्थों द्वारा लिखा होया एक फॉर्मूले वाला पत्र अमेरिका के बॉस्टन विच लाखां डॉलरां च वेचिया गया। बॉस्टन स्थित एक नीलामी संस्था ने शुक्रवार नूं दस्सिया कि अल्बर्ट आइनस्टाइन का एक हथ लिखित पत्र जिस विच उसका मशहूर E=mc2 ਦਾ ਫਾਰਮੂਲਾ ਹੈ ਨੂੰ ਨਿਲਾਮੇ ਵਿੱਚ 1.2 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਚ ਵੇਚਿਆ ਗਿਆ। ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਅਤੇ ਯਰੂਸ਼ਲਮ ਦੀ ਇਬਰਾਨੀ ਯੂਨੀਵਰਸਿਟੀ ਵਿੱਚ ਆਇਨਸਟਾਈਨ ਪੇਪਰਸ ਪ੍ਰੋਜੈਕਟ ਦੇ ਅਧਿਕਾਰੀਆਂ ਅਨੁਸਾਰ ਆਇਨਸਟਾਈਨ ਦੀਆਂ ਸਿਰਫ 3 ਹੋਰ ਹੱਥ ਲਿਖਤਾਂ ਮੌਜੂਦ ਹਨ ਜਿਨ੍ਹਾਂ ਵਿੱਚ ਇਹ ਫਾਰਮੂਲਾ ਵਰਤਿਆ ਗਿਆ। ਇਸ ਪੱਤਰ ਨੂੰ ਵੇਚਣ ਵਾਲੀ ਨਿਲਾਮੀ ਸੰਸਥਾ
ਆਰ ਆਕਸ਼ਨ ਅਨੁਸਾਰ ਇਹ ਚੌਥਾ ਪੱਤਰ ਇੱਕ ਨਿੱਜੀ ਸੰਗ੍ਰਹਿ ਵਿੱਚੋਂ ਇੱਕ ਹੈ ਅਤੇ ਹਾਲ ਹੀ ਵਿੱਚ ਜਨਤਕ ਹੋਇਆ। ਇਸ ਨਿਲਾਮੀ ਸੰਸਥਾ ਨੇ ਇਸ ਪੱਤਰ ਨੂੰ $40,000 ਵਿੱਚ ਵੇਚਣ ਦੀ ਉਮੀਦ ਕੀਤੀ ਸੀ। ਆਰ ਆਕਸ਼ਨ ਅਨੁਸਾਰ ਇਹ ਪੱਤਰ, ਜਿਸ ਵਿੱਚ ਇਹ ਫਾਰਮੂਲਾ ਹੈ ਜੋ ਕਿ એનર્ਜੀ ਅਤੇ ਲਾਈਟ ਦੀ ਸਪੀਡ ਬਾਰੇ ਹੈ, 26 ਅਕਤੂਬਰ 1946 ਨੂੰ ਪੋਲਿਸ਼ ਅਮਰੀਕੀ ਭੌਤਿਕ ਵਿਗਿਆਨੀ ਲੁਡਵਿਗ ਸਲਬਰਸਟਾਈਨ ਨੂੰ ਆਇਨਸਟਾਈਨ ਦੁਆਰਾ ਲਿਖਿਆ ਗਿਆ ਸੀ। ਸਲਬਰਸਟਾਈਨ ਦੀ ਮੌਤ ਹੋਣ ਤੱਕ ਪੱਤਰ ਉਸ ਕੋਲ ਸੀ, ਪਰ ਹੁਣ ਉਸ ਦੇ ਵੰਸ਼ਜ ਉਸ ਦੇ ਨਿੱਜੀ ਸਮਾਨ ਨੂੰ ਵੇਚ ਰਹੇ ਨੇ। ਹਾਲਾਂਕਿ ਇਸ ਪੱਤਰ ਦੇ ਖਰੀਦਦਾਰ ਦੀ ਪਛਾਣ ਨਹੀਂ ਦੱਸੀ ਗਈ। ਇਹ ਨਿਲਾਮੀ 13 ਮਈ ਨੂੰ ਸ਼ੁਰੂ ਹੋ ਕੇ ਵੀਰਵਾਰ ਨੂੰ ਸਮਾਪਤ ਹੋਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਮਾਰੀ ਦੌਰਾਨ ਭਾਰਤੀ ਕਿਸਾਨ ਯੂਨੀਅਨ ਵੱਲੋਂ ਪਟਿਆਲਾ ਵਿੱਚ 28, 29 ਅਤੇ 30 ਮਈ ਨੂੰ ਦਿੱਤੇ ਜਾਣ ਵਾਲਾ ਧਰਨਾ ਨਾ ਲਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਧਰਨਾ ਵੱਡੇ ਪੱਧਰ ਤੇ ਕੋਰੋਨਾ ਫੈਲਣ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਸੂਬਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਹੁਣ ਤੱਕ ਕੀਤੀਆਂ ਸਾਰੀਆਂ ਕੋਸ਼ਿਸ਼ਾਂ ਤੇ ਪਾਣੀ ਪੈ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਲੋਕਾਂ ਦੀ ਜ਼ਿੰਦਗੀ ਦਾਅ ਤੇ ਲੱਗੀ ਹੋਈ ਹੈ ਤਾਂ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੂਬੇ ਵਿੱਚ ਕਿਸੇ ਕਿਸਮ ਦੀਆਂ ਰੈਲੀਆਂ ਜਾਂ ਧਰਨੇ ਨਾਮਨਜ਼ੂਰ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਹਾਲਤ ਦਿੱਲੀ, ਮਹਾਰਾਸ਼ਟਰ ਅਤੇ ਯੂਪੀ ਵਰਗੇ ਸੂਬਿਆਂ ਤੋਂ ਕਿਤੇ ਬਿਹਤਰ ਹੈ। ਉਹਨਾਂ ਨੇ ਕਿਹਾ ਕਿ ਯੂਪੀ 'ਚ ਗੰਗਾ ਨਦੀ ਵਿੱਚ ਤੈਰਦੀਆਂ ਲਾਸ਼ਾਂ ਨੇ ਭਾਜਪਾ ਦੀ ਸੱਤਾ ਵਾਲੇ ਸੂਬੇ ਦੀ ਮਹਾਮਾਰੀ ਨਾਲ ਨਜਿੱਠਣ ਵਿੱਚ ਮਾੜੇ ਪ੍ਰਬੰਧਾਂ ਦਾ ਪਰਦਾਫਾਸ਼ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀ ਨੂੰ ਮਹਾਮਾਰੀ ਕਾਰਨ ਸੂਬੇ 'ਚ ਇਕੱਠ ਤੇ ਲਗਾਈ ਗਈ ਪਾਬੰਦੀ ਦੌਰਾਨ ਗੈਰ ਜ਼ਿੰਮੇਵਾਰੀ ਵਾਲਾ ਕੰਮ ਕਰਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ ਵਿੱਚ ਨਾ ਪਾਉਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਪਾਬੰਦੀ ਦੀ ਕੋਈ ਵੀ ਉਲੰਘਣਾ ਪੰਜਾਬ ਅਤੇ ਇੱਥੇ ਦੇ ਲੋਕਾਂ ਲਈ ਬਹੁਤ ਹੀ ਘਾਤਕ ਸਿੱਧ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਹਨਾਂ ਕਾਨੂੰਨਾਂ ਦੇ ਵਿਰੋਧ 'ਚ ਵਿਧਾਨ ਸਭਾ 'ਚ ਸੋਧ ਕਾਨੂੰਨ ਪਾਸ ਕੀਤੇ ਸਨ। ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦੀ ਨਸੀਹਤ ਤੋਂ ਬਾਅਦ ਯੋਗ ਗੁਰੂ ਰਾਮਦੇਵ ਨੇ ਐਲੋਪੈਥੀ ਦਵਾਈਆਂ ਤੇ ਹਾਲ ਹੀ ਵਿੱਚ ਦਿੱਤੇ ਆਪਣੇ ਵਿਵਾਦਿਤ ਬਿਆਨ ਨੂੰ ਵਾਪਸ ਲੈ ਲਿਆ। ਸਿਹਤ ਮੰਤਰੀ ਦੇ ਪੱਤਰ ਦੇ ਜਵਾਬ ਵਿੱਚ ਰਾਮਦੇਵ ਨੇ ਕਿਹਾ ਕਿ ਉਹ ਮਾਮਲੇ ਨੂੰ ਸ਼ਾਂਤ ਕਰਨਾ ਚਾਹੁੰਦੇ ਨੇ। ਰਾਮਦੇਵ ਨੇ ਆਪਣੇ ਟਵਿੱਟਰ ਤੇ ਪਾਏ ਸੰਦੇਸ਼ 'ਚ ਕਿਹਾ ਕਿ ਮਾਣਯੋਗ ਮੰਤਰੀ ਜੀ, ਮੈਨੂੰ ਤੁਹਾਡਾ ਪੱਤਰ ਪ੍ਰਾਪਤ ਹੋਇਆ ਹੈ। ਉਸ ਦੇ ਸੰਦਰਭ ਵਿੱਚ ਮੈਂ ਮੈਡੀਕਲ ਅਭਿਆਸਾਂ ਤੇ ਇਸ ਪੂਰੇ ਵਿਵਾਦ ਨੂੰ ਖੇਤਪੂਰਵਕ ਵਿਰਾਮ ਦਿੰਦਿਆਂ ਹੋਇਆਂ ਆਪਣਾ ਬਿਆਨ ਵਾਪਸ ਲੈਂਦਾ ਹਾਂ। ਇਸ ਤੋਂ ਪਹਿਲਾਂ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਰਾਮਦੇਵ ਵੱਲੋਂ ਐਲੋਪੈਥੀ ਦਵਾਈਆਂ ਦੇ ਦਿੱਤੇ ਬਿਆਨ ਨੂੰ ਬੇਹੱਦ ਮੰਦਭਾਗਾ ਦੱਸਿਆ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਤੇ ਇਮੀਗ੍ਰੇਸ਼ਨ ਦੀਆਂ ਬਹੁਤ ਸਾਰੀਆਂ ਖਬਰਾਂ ਤੁਸੀਂ ਸਾਡੇ YouTube ਚੈਨਲ ਤੇ ਦੇਖ ਸਕਦੇ ਹੋ। ਸਤਿ ਸ਼੍ਰੀ ਅਕਾਲ।